Hello everyone, welcome to Tutor for Maths. Now this is another video for class 6th. We are moving on to chapter number 4, Basic Geometrical Ideas. In this video, I am going to give you an overview of all the topics that are discussed in this chapter. So now let's begin with the complete chapter. But before I proceed, those who are new to this channel, those who are watching this video for the first time, kindly subscribe the channel, press the bell icon, like the video and share it with maximum of your friends. So now let's begin with the main points of this chapter number 4. Now, what is a point? Point ਕੀ ਹੁੰਦਾ ਹੈ? ਬੇਟਾ ਪੁਆਇੰਟ ਕੀ ਹੈ? ਕਹਿੰਦੇ ਇੱਕ ਲੋਕੇਸ਼ਨ ਹੁੰਦੀ ਹੈ। ਜਿਵੇਂ ਸਪੋਜ਼ ਕਰੋ ਅਸੀਂ ਕਿਸੇ ਨੂੰ ਕਹਿੰਦੇ ਆ ਨਾ ਕਿ ਹਾਂ ਅਸੀਂ ਕਿਸੇ ਤੋਂ ਪੁੱਛਦੇ ਆ ਕਿ ਆਹ ਵਾਲਾ ਇਹ ਚੀਜ਼ ਕਿੱਥੋਂ ਮਿਲੇਗੀ ਜਾਂ ਆਹ ਕਿੱਥੇ ਹੈ। ਇਫ ਯੂ ਆਰ ਲੁਕਿੰਗ ਫॉर ਸਮਥਿੰਗ, ਅਸੀਂ ਕਹਿੰਦਾ ਉਹ ਉੱਥੇ ਮਿਲੇਗੀ। ਸੋ ਅਸੀਂ ਉਹਨੂੰ ਦੱਸਦੇ ਹੁੰਦੇ ਆ, ਇੱਕ ਪੁਆਇੰਟ ਆਊਟ ਕਰਦੇ ਆ। ਠੀਕ ਹੈ, ਉਹ ਹੋ ਗਿਆ ਜਨਰਲੀ ਅਸੀਂ ਕਿੱਦਾਂ, ਜੇ ਅਸੀਂ ਕਾਪੀ ਤੇ ਬਣਾਉਂਦੇ ਆ ਪੁਆਇੰਟ ਕੀ ਹੈ? ਇੱਕ ਡਾਟ। ਠੀਕ ਹੈ, ਡਾਟ ਦਾ ਸਾਈਜ਼ ਤੁਸੀਂ ਵੱਡਾ ਵੀ ਰੱਖ ਸਕਦੇ ਹੋ, ਛੋਟਾ ਵੀ ਰੱਖ ਸਕਦੇ ਹੋ, ਕੁਝ ਵੀ ਹੈ। ਠੀਕ ਹੈ, ਸੋ ਇਸ ਪੁਆਇੰਟ ਦੀ ਕਹਿੰਦੇ ਬੇਸਿਕਲੀ ਕੀ ਹੈ? कोई साइज नहीं होता, नो साइज। ठीक, नो विड्थ, कोई चौड़ाई नहीं है, कोई लंबाई नहीं है, कोई डूंगाई नहीं है। ठीक है जी, अ पॉइंट की है इज शोन बाय अ डॉट। पॉइंट ਨੂੰ ਅਸੀਂ ਇੱਕ ਡਾਟ ਦੇ ਨਾਲ ਦਿਖਾਉਂਦੇ ਆ। clear? So a see that start up with the first thing, that is point. Next what we do is line. line ਕੀ ਹੈ? ਕਹਿੰਦੇ ਲਾਈਨ ਕੀ ਬੇਟਾ, ਲਾਈਨ ਦੀ ਸਭ ਤੋਂ ਪਹਿਲੇ ਅਗਰ ਮੈਂ ਦੇਸੀ ਤਰੀਕੇ ਸਮਝਾਵਾਂ, ਲਾਈਨ ਕੀ ਹੈ? ਜਿਹਦੇ ਦੋਨੋਂ ਪਾਸੇ ਐਰੋਜ਼ ਹੋਣ। ਐਰੋਜ਼ ਮਤਲਬ ਇਹ ਦੋਨੋਂ ਪਾਸੇ ਖਿੱਚੀ ਜਾ ਸਕਦੀ ਹੈ, ਇਧਰੋਂ ਵੀ ਵੱਧ ਸਕਦੀ ਹੈ ਤੇ ਇਸ ਤਰ੍ਹਾਂ ਵੀ ਵੱਧ ਸਕਦੀ ਹੈ। ਬੱਚੇ ਵੀਡੀਓ ਵਾਚ ਕਰਦੇ ਹੋਏ ਮੇਰੇ ਜਿੱਥੇ ਵੀ ਮੈਂ ਕਰਸਰ ਪੁਆਇੰਟ ਆਊਟ ਕਰ ਰਹੀ ਹਾਂ ਉਹ ਬੜਾ ਧਿਆਨ ਨਾਲ ਦੇਣਾ। ਸੋ ਇਟਸ ਬੇਸਿਕਲੀ ਵੀ ਆਰ ਕੰਸਨਟਰੇਟਿੰਗ ਵਿਦ ਈਅਰਸ, ਮਾਈਂਡ, ਆਈਜ਼ ਐਂਡ ਐਵਰੀਥਿੰਗ। ਸੋ ਜਿਹੜੇ ਵੀ ਆ ਦੋਨੋਂ ਪਾਸੇ ਐਰੋਜ਼ ਹੁੰਦੇ ਆ ਨਾ, ਦੇਖ ਰਹੇ ਹੋ? ਸੋ ਇਟ ਮੀਨਸ ਇਹਨੂੰ ਅਸੀਂ ਇਸ ਤਰ੍ਹਾਂ ਵੀ ਵੱਡਾ ਕਰ ਸਕਦੇ ਹਾਂ, ਇਸਥੋਂ ਵੀ ਵੱਡਾ ਕਰ ਸਕਦੇ ਹਾਂ। ਸੋ what is a line? line ਕੀ? It is defined as a line of points that extend infinitely. Infinitely मतलब ਇਹਦਾ ਕੋਈ ਅੰਤ ਹੀ ਨਹੀਂ, ਜਿੰਨੀ ਮਰਜ਼ੀ ਵੱਡੀ ਕਰ ਸਕਦੇ in two directions. two directions ਕਿਉਂ? ਕਿਉਂਕਿ ਇੱਧਰ ਵੀ ਵੱਡਾ ਕਰ ਸਕਦੇ ਹੋ, ਉਹਦਾ ਵੀ। ਇਹਦੀ ਕਹਿੰਦੇ ਇਹ one dimension ਦੀ, one dimension मतलब ਅਸੀਂ ਪੇਪਰ ਤੇ ਡਰਾ ਕਰ ਸਕਦੇ ਹਾਂ। ਤੇ ਪੁਆਇੰਟਸ ਜਿਹੜੇ ਹੁੰਦੇ ਹੈ, ਜਿਵੇਂ ਹੁਣ ਆ ਇੱਕ ਲਾਈਨ ਬਣਾਈ ਹੈ, ਇਹਦੇ ਉੱਤੇ 3 ਡਾਟਸ ਦਿਖ ਰਹੇ ਹੈ। ਅਗਰ ਮੈਂ ਪਹਿਲੇ ਡਾਟ ਦਾ ਨਾਮ A ਰੱਖਦੀ ਹਾਂ, ਦੂਸਰੇ ਦਾ B, ਤੀਸਰੇ ਦਾ C, ਸੋ ਇਹ 3 ਡਾਟਸ ਜਦੋਂ ਇੱਕੋ ਲਾਈਨ ਤੇ ਲਾਈ ਕਰਦੇ ਹੈ ਉਹਨਾਂ ਨੂੰ ਕੀ ਕਹਿੰਦੇ ਆ ਆਪਾਂ? ਕੋਲੀਨੀਅਰ ਪੁਆਇੰਟਸ। ਕੀ ਕਹਿੰਦੇ ਆ? ਇਹ ਜਿਹੜੇ ਤਿੰਨੋਂ ਪੁਆਇੰਟਸ ਹੈ, ਮੰਨ ਲਓ ਇਹਦਾ A ਦਿੱਤਾ ਹੈ, ਇਹਦਾ B ਨਾਮ ਰੱਖਿਆ, ਇਹਦਾ C ਰੱਖਿਆ, B ਰੱਖਿਆ ਹੈ। ਸੋ ਇਹ ਤਿੰਨੋਂ ਪੁਆਇੰਟਸ ਕੀ ਹੈ? ਕੋਲੀਨੀਅਰ। ਕੋਲੀਨੀਅਰ ਮਤਲਬ ਇੱਕੋ ਹੀ ਲਾਈਨ ਤੇ ਲਾਈ ਕਰਦੇ ਨੇ। ਠੀਕ ਹੈ, ਹੁਣ ਨੈਕਸਟ ਹੈ how a line is written. ਅਸੀਂ ਅਗਰ ਕਾਪੀਜ਼ ਤੇ ਲਿਖਣਾ ਹੋਵੇ ਜਾਂ ਕਿਸੇ ਨੂੰ ਦੱਸਣਾ ਹੋਵੇ ਕਿ ਇਹ ਲਾਈਨ ਹੈ, ਡਾਇਰੈਕਟਲੀ ਕਿੱਥੋਂ ਪਤਾ ਲੱਗ ਸਕਦਾ ਹੈ? ਜੇ ਸਪੋਜ਼ ਕਰੋ ਇਹਦਾ ਮੈਂ ਇੱਥੇ ਕੋਈ ਪੁਆਇੰਟ ਰੱਖ ਦਿੰਦੀ ਹਾਂ A, ਮਤਲਬ ਨਾਮ ਲਿਖ ਦਿੰਦੀ ਹਾਂ A, ਇੱਥੇ ਨਾਮ ਲਿਖ ਦਿੰਦੀ ਹਾਂ B। ਲਾਈਨ ਨੂੰ ਕਿੱਦਾਂ ਕਵਾਂਗੇ? ਇਹਦਾ ਇੱਕ ਪਹਿਲੇ ਨਾਮ ਰੱਖਤਾ, ਮੈਂ ਕੀ ਰੱਖਿਆ? AB। ਹੁਣ ਕਿੱਦਾਂ ਦੱਸਣਾ ਕਿ ਇਹ ਲਾਈਨ ਹੈ? ਇਹਦੇ ਉੱਪਰ ਅਸੀਂ ਦੇਖੋ ਉਹੀ ਸ਼ਕਲ ਦਾ ਦੋਨੋਂ ਪਾਸੇ ਐਰੋਜ਼ ਦਾ ਸਿੰਬਲ ਬਣਾ ਦਿੰਦੇ ਹਾਂ। ਸੋ ਦਿਸ ਇਜ਼ ਦ ਨੋਟੇਸ਼ਨ। ਇਸ ਤਰੀਕੇ ਅਸੀਂ ਇਹਨੂੰ ਲਿਖਦੇ ਹਾਂ। ਕਿੱਦਾਂ ਲਿਖਦੇ ਹਾਂ? ਨੀਚੇ ਨਾਮ, ਉੱਤੇ ਐਰੋ ਹੈਡ। ਠੀਕ ਹੈ ਜੀ। ਨੈਕਸਟ, ਟੂ ਲਾਈਨਸ ਇੰਟਰਸੈਕਟ ਐਟ what? ਕਹਿੰਦੇ ਟੂ ਲਾਈਨਸ ਜਿਹੜੇ ਹੈ ਇੰਟਰਸੈਕਟ ਕਰਦੇ ਕਿਤੇ? ਬੇਟਾ ਆ ਦੋ ਲਾਈਨਸ ਹੈ, ਠੀਕ ਹੈ, ਇਹ ਦੋਨੋਂ ਜਿੱਥੇ ਕੱਟਦੀਆਂ, ਇੰਟਰਸੈਕਟ ਮਤਲਬ ਕੱਟ ਰਹੀਆਂ ਨੇ, ਉਹਨੂੰ ਮੈਂ ਇੱਕ ਰੈਡ ਪੁਆਇੰਟ ਦੇ ਦਿੱਤਾ, ਰੈਡ ਨਾਮ ਦੇ ਦਿੱਤਾ ਨਾ ਛੋਟਾ ਹੈ। ਇਹ ਕੀ ਬਣਾਇਆ ਮੈਂ? ਪੁਆਇੰਟ। ਇਹ ਕੀ ਬਣਾਇਆ ਮੈਂ? ਪੁਆਇੰਟ। ਸੋ ਟੂ ਲਾਈਨਸ ਕਿੱਥੇ ਇੰਟਰਸੈਕਟ ਕਰਦੀਆਂ ਨੇ, ਕਿੱਥੇ ਕੱਟਦੀਆਂ ਨੇ ਆਪਸ? ਐਟ ਅ ਪੁਆਇੰਟ। ਇਹ ਫਿਲ ਇਨ ਦ ਬਲੈਂਕਸ ਵਿੱਚ ਆਉਂਦਾ ਤੁਹਾਨੂੰ। ਠੀਕ ਹੈ ਜੀ, 1 ਮਾਰਕ ਵਿੱਚ ਫਿਲ ਇਨ ਦ ਬਲੈਂਕਸ ਵਿੱਚ ਆ ਜਾਂਦਾ ਹੈ। ਨੈਕਸਟ, ਲਾਈਨ ਸੈਗਮੈਂਟ। ਲਾਈਨ ਸੈਗਮੈਂਟ ਕੀ ਹੁੰਦੀ ਹੈ? ਲਾਈਨ ਸੈਗਮੈਂਟ ਬੱਚੇ ਲਾਈਨ ਤੋਂ ਹੀ ਨਿਕਲਦੀ ਹੈ। ਠੀਕ ਹੈ, ਇਹਦੇ ਦੇਖੋ ਧਿਆਨ ਦਿਓ, ਇੱਥੇ ਦੋਨੋਂ ਪਾਸੇ ਐਰੋ ਹੈ ਤੇ ਲਾਈਨ ਸੈਗਮੈਂਟ ਦੇ ਵਿੱਚ ਦੋਨੋਂ ਪਾਸੇ ਪੁਆਇੰਟ ਨੇ, ਡਾਟਸ ਹੈ। ਇਹ ਹੈ ਕਿ ਕਹਿੰਦੇ ਪਾਰਟ ਆਫ ਲਾਈਨ ਹੀ ਹੈ, ਲਾਈਨ ਦਾ ਹੀ ਹਿੱਸਾ ਹੈ। ਲਾਈਨ ਸੈਗਮੈਂਟ ਤੁਹਾਡੀ ਲਾਈਨ ਦਾ ਹੀ ਹਿੱਸਾ ਹੈ ਜਿਹਦੇ डिफाइंड एंड पॉइंट्स है, मतलब ये पक्के एंड पॉइंट्स है। जो तो पक्का मतलब मजबूत एंड पॉइंट्स, पक्का बना ही देता एक पॉइंट्स। देखो पॉइंट्स आ रहे हैं ना वर्ड,
सो इट मीनस ये ਜਿਹੜੇ ਦੋ ਹੈ मैं एक ਨੂੰ पॉइंट्स बनाते ਜਦੋਂ एंड्स ਉਹਦੇ ਅਸੀਂ ਫਿਕਸ ਕਰਤੇ मतलब ਇਹਦੀ ਇੱਕ ਲੰਬਾਈ मैं तय कर ਦਿੱਤੀ ਇਹ ਮੇਰੀ ਕੀ ਬਣ ਜਾਂਦੀ ਹੈ ਲਾਈਨ ਸੈਗਮੈਂਟ ਤੇ ਲਾਈਨ ਸੈਗਮੈਂਟ ਨੂੰ ਅਸੀਂ ਕਿੱਦਾਂ ਲਿਖਦੇ ਆ ਉਵੇਂ ਨੀਚੇ ਨਾਮ ਤੇ ਉੱਤੇ ਇੱਧਰ ਦੇਖ ਲਓ ਉੱਤੇ ਵਿੱਚ ਐਰੋ ਨਹੀਂ ਹੈ ਧਿਆਨ ਦਿਓ ਉੱਤੇ ਜਿਹੜਾ ਪਾਇਆ ਹੈ ਮੈਂ ਉਹਦੇ ਐਰੋ नहीं so this is the line segment clear moving on to next lines line segment and ray ਤਿੰਨ ਚੀਜ਼ਾਂ ਨੇ ਹੁਣ ਅਸੀਂ ਸਟਾਰਟਅਪ ਕਿੱਥੋਂ ਕੀਤਾ ਸੀ ਪੁਆਇੰਟ ਤੋਂ ਪੁਆਇੰਟ ਤੁਹਾਨੂੰ ਦੱਸਦਾ ਹੈ ਆ ਦੇਖ ਰਹੇ ਹੋ m ਇੱਕ ਪੁਆਇੰਟ ਬਣਾਇਆ ਹੈ ठीक है डॉट बनाई है लाइन की होंदी है ਜਿਹੜੀ ਦੋਨੋਂ ਪਾਸਿਓ ਐਰੋ ਹੋਣ ਤੇ ਇਹਦਾ ਮਤਲਬ ਹੁੰਦਾ ਦੋਨੋਂ ਪਾਸਿਓ ਐਰੋ ਮਤਲਬ ਨਾ ਇਹਦਾ ਕੋਈ ਐਂਡ ਹੈ ਤੇ ਨਾ ਇਹਦਾ ਕੋਈ ਬਿਗਨਿੰਗ ਹੈ ਮੀਨਸ ਇਟ ਹੈਜ਼ ਨੋ ਬਿਗਨਿੰਗ ਔਰ ਐਂਡ ਨਾ ਇਹਦਾ ਐਂਡ ਹੈ ਨਾ ਇਹਦੀ ਬਿਗਨਿੰਗ ਹੈ ਜਦੋਂ ਡਾਟ ਆਂਦੀ ਹੈ ਉਹੀ ਉਹਦੀ ਬਿਗਨਿੰਗ ਜਾਂ ਐਂਡ ਹੁੰਦੀ ਹੈ ਸੋ ਲਾਈਨ ਸੈਗਮੈਂਟ ਕੀ ਹੈ ਜਦੋਂ ਦੋਨੋਂ ਪਾਸੇ ਕੀ ਹੈ ਡਾਟ ਹੋ ਡਾਟ ਮਤਲਬ ਅਸੀਂ ਜਿਵੇਂ ਕੱਟ ਦਿੱਤਾ ਹੈ ਇਸ ਤੋਂ ਵੱਡੀ ਨਹੀਂ ਹੋ ਸਕਦੀ ठीक है ਇਹਦੇ ਐਂਡ ਪੁਆਇੰਟਸ ਜਿਹੜੇ ਹੈ ਦੋ ਐਂਡ ਪੁਆਇੰਟਸ ਹੁੰਦੇ ਹੈ ਰੇ ਨੈਕਸਟ ਜਿਹੜਾ ਹੈ ਰੇ ਆ ਦੇਖੋ ਰੇ ਵੀ ਕੀ ਹੈ ਆਂਦੀ ਤੇ ਲਾਈਨ ਤੋਂ ਹੈ ਰੇ ਜਿਵੇਂ ਅਸੀਂ ਕਹਿੰਦੇ ਆ ਸਨ ਤੋਂ ਬੇਟਾ ਸਾਨੂੰ ਸਨ ਰੇਜ਼ ਆਂਦੀ ਹੈ ਨਾ ਸਨ ਆ ਪੀ ਨੂੰ ਮੰਨ ਲਓ ਸਨ ਹੈ ਸਨ ਤੋਂ ਸ਼ੁਰੂ ਹੋਈ ਤੁਹਾਡੀ ਲਾਈਟ ਸਨ ਰੇ ਨੀਚੇ ਆ ਰਹੀ ਮੰਨ ਲਓ ਕਿਊ ਤੁਹਾਡਾ ਕੀ ਹੈ ਅਰਥ ਹੈ ਵਿਚਕਾਰ ਹੋਰ ਵੀ ਪਲੈਨਟਸ ਆਂਦੇ ਹੋਣਗੇ अर्थ तो नीचे समुंदर भी है नीचे खाइयां भी ने मतलब उत्थे तक भी रोशनी जाती है क्यों तो भी नीचे जा रही है ना सो रेज की है जिथों शुरुआत हुई वो साडा एक पॉइंट बन जाता है अगों जाई जा रही है कोई अंत ही नहीं है एंड ही नहीं है कोई दा पता ही नहीं है कित्थे जा रही है मतलब कितनी दूर जाना है इन्हें सो रे दा की हुंदा एक पासे बेटा डॉट हुंदी है एंड पॉइंट हुंदा है ते दूसरे पासे एरो हुंदा है सो रे की है portion of line which has one end point बेटा एक end point है and extend forever तुरदी जाती है जिवें सूरज की किरण आंदी रहती है ना सो तुरदी जाती है एक डायरेक्शन च केड़ी डायरेक्शन च जिहदे वल एरो है ठीक है नेक्स्ट पेयर ऑफ लाइंस इन अ प्लेन लाइंस किस तरह दी होंदियां बच्चे या तो लाइंस आपस साडियां कटदियां मतलब इंटरसेक्ट करदियां ने ਤੇ ਜਦੋਂ ਇੰਟਰਸੈਕਟ ਕਰਦੀਆਂ ਤੇ ਇੰਟਰਸੈਕਟਿੰਗ ਜਿਵੇਂ ਅਸੀਂ ਇੱਥੇ ਸਿੱਖਿਆ ਸੀ ਨਾ ਇਸ ਚ ਕਿੱਥੇ ਇੰਟਰਸੈਕਟ ਕਰਦੀਆਂ ਨੇ ਪੁਆਇੰਟ ਤੇ ਕਰਦੀਆਂ ਨਾ ਕਿੱਥੇ ਇੰਟਰਸੈਕਟ ਕਰ ਰਹੀਆਂ ਹੈ ਸਾਡੀਆਂ ਪੁਆਇੰਟ ਤੇ ਜੋ ਇੰਟਰਸੈਕਟ ਕਰਦੀਆਂ ਹੋਣ ਤੇ ਜੇ ਉਹ ਇੰਟਰਸੈਕਟ ਨਹੀਂ ਕਰਦੀਆਂ ਦੂਸਰੀ ਆਪਸ਼ਨ ਕੀ ਹੈ ਪੈਰਲਲ ਪੈਰਲਲ ਮਤਲਬ ਜਿਵੇਂ ਅਸੀਂ ਤੁਸੀਂ ਰੇਲਵੇ ਟਰੈਕ ਦੇਖੇ ਹੋਣਗੇ ਰੇਲ ਦੀ ਪਟੜੀ ਹੈ ਨਾ ਤੇ ਉਹਨਾਂ ਦੇ ਵਿੱਚ ਜਿਹੜੇ ਡਿਸਟੈਂਸ ਹੈ ਦੂਰੀ ਹੈ ਉਹ ਫਿਕਸਡ ਹੈ ਤੇ ਉਹ ਲਾਈਨਸ ਕਿੱਦਾਂ ਪੈਰਲਲ ਜਿਵੇਂ ਤੁਸੀਂ ਟੇਬਲ ਤੇ ਬੈਠਦੇ ਹੋ ਸਕੂਲਸ ਵਿੱਚ ਵੀ ਬੈਂਚਸ ਹੁੰਦੇ ਤੁਹਾਡੇ ਰੈਕਟੈਂਗੂਲਰ ਹੁੰਦੇ ਤੇ ਉਹਨਾਂ ਦੀ ਆਮੋ ਸਾਹਮਣੇ ਆਪੋਜ਼ਿਟ ਜਿਹੜੀਆਂ ਲਾਈਨਸ ਹੁੰਦੀਆਂ ਹੈ ਸਾਈਡਸ ਵੀ ਹੈ ਉਹ ਆਪਸ ਚ ਜਿਹੜੀਆਂ ਹੈ ਪੈਰਲਲ ਹੈ ਬਰਾਬਰ ਡਿਸਟੈਂਸ ਤੇ ਸੋ ਅਗਰ AB ਤੇ PQ ਹੋਣਗੇ ਕੋਈ ਲਾਈਨਸ ਹੈ ਇਹ ਪੈਰਲਲ ਕਦੋਂ ਹੋਣਗੀਆਂ ਪੈਰਲਲ ਦਾ ਇਹ ਸਿੰਬਲ ਹੈ ਵਿਚਕਾਰ ਜਿਹੜੇ ਦੋ ਪੋਲਸ ਜੇ ਬਣਾਏ ਹੁੰਦੇ ਨਾ ਲੰਬੇ ਲੰਬੇ ਸੋ ਦਿਸ ਇਜ਼ ਦ ਸਿੰਬਲ ਫॉर ਪੈਰਲਲ ਲਾਈਨਸ ਹੁਣ ਇਹ ਲਾਈਨ ਕਿੱਦਾਂ ਪਤਾ ਲੱਗੀ ਉੱਤੇ ਦੋਨੋਂ ਪਾਸੇ ਅਸੀਂ ਐਰੋ ਪਾਤਾ PQ ਦੇ ਵੀ ਤੇ AB ਦੇ ਵੀ ਸੋ AB ਲਾਈਨ ਇਜ਼ ਪੈਰਲਲ ਟੂ PQ ਕਿਉਂ ਇਹਨਾਂ ਦਾ ਸੇਮ ਡਿਸਟੈਂਸ ਅਪਾਰਟ ਹੈ ਠੀਕ ਹੈ ਨੈਕਸਟ ਸੋ ਇਹ ਸੀਗਾ ਇਹ 'ਚ ਅਸੀਂ ਕੀ ਹਜੇ ਤੱਕ ਅਸੀਂ ਸਟੱਡੀ ਕੀਤਾ ਹੈ ਪੁਆਇੰਟ ਕੀ ਹੁੰਦਾ ਹੈ ਵਾਟ ਇਜ਼ ਪੁਆਇੰਟ ਵਾਟ ਇਜ਼ ਲਾਈਨ ਸੈਗਮੈਂਟ ਐਂਡ ਵਾਟ ਇਜ਼ ਰੇ ਪਹਿਲੇ ਬੇਸਿਕ ਆ ਕੀਤੇ ਹੁਣ ਕੀ ਸੀ ਲਾਈਨਸ ਆਪਸ 'ਚ ਕਿੱਦਾਂ ਦੀਆਂ ਹੋ ਸਕਦੀਆਂ ਲਾਈਨ ਆਪਸ 'ਚ ਪੈਰਲਲ ਵੀ ਹੋ ਸਕਦੀਆਂ ਤੇ ਲਾਈਨ ਇੱਕ ਦੂਜੇ ਨੂੰ ਕੱਟ ਵੀ ਸਕਦੀ ਤੇ ਜੇ ਇੱਕੋ ਪੁਆਇੰਟ ਤੇ ਅਸੀਂ ਪਹਿਲੇ ਵੀ ਡਿਸਕਸ ਕੀਤਾ ਇੱਕੋ ਲਾਈਨ ਤੇ ਅਗਰ ਦੋ ਤਿੰਨ ਪੁਆਇੰਟਸ ਲਾਈ ਕਰਦੇ ਹੋਣ ਦਿਸ ਇਜ਼ ਆਲਸੋ ਇੰਪੋਰਟੈਂਟ ਸੋ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ ਪੁਆਇੰਟਸ ਦੈਟ ਆ ਵੀ ਪੁਆਇੰਟ 1 ਮਾਰਕ ਚ ਆਉਂਦਾ ਹੈ ਪੁਆਇੰਟਸ ਦੈਟ ਆਰ ਔਨ ਦ ਸੇਮ ਲਾਈਨ ਇੱਕੋ ਲਾਈਨ ਤੇ ਅਗਰ ਤਿੰਨ ਪੁਆਇੰਟਸ ਲਾਈ ਕਰਦੇ 3 4 5 ਜਿੰਨੇ ਮਰਜ਼ੀ ਪੁਆਇੰਟਸ ਹੋਣ ਉਹ ਸਾਰੇ ਪੁਆਇੰਟਸ ਕੀ ਹੁੰਦੇ ਹੈ ਕੋਲੀਨੀਅਰ ਠੀਕ ਹੈ ਸੋ ਨੋਟ ਡਾਊਨ these important things next we move on to कर्व्स की हुंदा है सिंपल कर्व्स केड़े है ओपन केड़े है ते क्लोज्ड केड़े बेटा मैथ्स विच अगर असी गल करिए तो एक लाइन नूं भी असी कर्व कहते हैं ठीक है ते कर्व की है कोई भी शेप जिहड़ी बनी हुई सिंपल कदों हुंदे सिंपल उदों हुंदे जदों कर्व तुहाडा आपस विच किते भी कट नहीं करदा मतलब एक दूजे तो क्रॉस करके नहीं निकलदा हुण जिवें थर्ड फिगर देखो इधरों जा रही सी इत्थे कटिंग हो गई
ਇਕੱਠ ਹੋ ਰਿਹਾ। ਸੋ ਇਹ ਕੀ ਹੈ ਤੁਹਾਡਾ ਸਿੰਪਲ ਕਰਵ। ਕੀ ਹੈ? ਇਫ ਅ ਕਰਵ ਡਜ਼ ਸੌਰੀ ਰੋਂਗ ਸਿੰਪਲ ਕਰਵਸ ਵਿੱਚ ਕੱਟ ਨਹੀਂ ਕਰਦੇ, ਇਹਦਾ ਮਤਲਬ ਆ ਵਾਲਾ ਜਿਹੜਾ ਹੈ ਸਾਡਾ ਸਿੰਪਲ ਨਹੀਂ ਹੈ। ਥਰਡ ਪੁਆਇੰਟ ਜਿਹੜਾ ਹੈ ਤੁਹਾਡਾ ਸਿੰਪਲ ਨਹੀਂ ਹੈ। ਇਸੇ ਤਰੀਕੇ ਆ ਇਹ ਵਾਲਾ ਜਿਹੜਾ ਹੈ 7th ਪੁਆਇੰਟ, ਇਹ 'ਚ ਵੀ ਦੇਖੋ ਇੱਥੋਂ ਸ਼ੁਰੂ ਹੋਇਆ, ਇੱਥੇ ਗਿਆ, ਚਲੋ ਉਸ ਬਾਅਦ ਇੱਧਰੋਂ ਗਿਆ, ਇਹ ਵਾਲੀ ਲਾਈਨ ਇਹਨੂੰ ਇੱਥੋਂ ਕੱਟ ਦਿੱਤਾ, ਇਹ ਵਾਲੇ ਕੱਟਿਆ ਗਿਆ ਨਾ। ਸੋ ਇਹ ਵੀ ਕੀ ਹੈ? ਸਿੰਪਲ ਕਰਵ ਨਹੀਂ ਹੈ। ਜਿਹੜੇ ਕਰਵ ਆਪਸ ਵਿੱਚ ਕਿਤੇ ਨਾ ਕਿਤੇ ਕਟਿੰਗ ਹੋ ਜਾਏ, ਕੱਟ ਜਾਣ, ਉਹ ਮੇਰੇ ਸਿੰਪਲ ਕਰਵਸ ਨਹੀਂ ਹੁੰਦੇ। ਕਲੀਅਰ? ਬੜੇ ਧਿਆਨ ਨਾਲ ਸੁਣ ਲਓ ਕਿ ਜਿਹੜੇ ਕਰਵਸ ਆਪਸ ਵਿੱਚ ਕਟਿੰਗ ਹੋ ਜਾਂਦੀ ਹੈ ਉਹ ਮੇਰੇ ਸਿੰਪਲ ਕਰਵਸ ਨਹੀਂ ਹੁੰਦੇ। ਸੋ ਥਰਡ ਫਿਗਰ ਐਂਡ 7th ਫਿਗਰ इज नॉट अ सिंपल कर्व। कर्व है बट सिंपल नहीं है। उस बाद आंदा ओपन। ओपन मतलब खुला। खुला केड़ा है? फर्स्ट वन लाइन भी ओपन च आंदी है, ए वाला 5th वन भी। फर्स्ट 4th एंड 5th ओपन है, जिन्हों असी बंद नहीं किया होया। ठीक है। नेक्स्ट की है तुहाडा क्लोज्ड कर्व। नेक्स्ट की है? वी हैव क्लोज्ड कर्व। क्लोज मतलब जिहड़े बंद है। केड़ा है? सेकंड बंद है, देख लो सारे पासों बंद है ना। थर्ड बंद है, 6th बंद है, 8th भी बंद है। क्लियर? सो क्लोज्ड कर्व केड़े ने? सेकंड फिगर, थर्ड फिगर, 6th फिगर एंड the last one is 7th figure। clear? ठीक है। सो बेटा मैं जो बोल रही हाँ ना वो तुसी सारे ने नाल नाल सुन के कॉपी से लिखना। यू हैव टू नोट डाउन दीज। मैं हर चीज़ लिख नहीं रही, आई एम नॉट राइटिंग एवरीथिंग। तुसी खुद इन्हों मैं जो बोल भी रही हैं यू हैव टू राइट इट डाउन। क्लियर? नेक्स्ट पॉलीगन। सिंपल क्लोज्ड कर्व्स मेड ऑफ पॉलीगन। पहले देखो वर्ड देखो सिंपल। सिंपल मतलब कोई भी आपस कटिंग नहीं ना हो रही किसी दे भी, ये भी आपस किते कट शट नहीं है, अभी नहीं है। ठीक है। सो दिस आर ऑल, पहले फर्स्ट ऑफ ऑल सिंपल, सेकंड क्लोज्ड, सारे बंद है। हाँ जी। कर्व्स मेड अप ऑफ लाइन सेगमेंट्स होने की है, मैं लाइना नु जोड़ के एक फिगर बनाइया हुई है। इन्ना फिगर नु असी की कहने हाँ? पॉलीगन। की कहने हाँ? पॉलीगन। ठीक है। चलो जी हुण की है ਇਹਦੇ 'ਚ ਕਿਹੜੀ ਫਿਗਰ ਹੈ? ਪਹਿਲੀ ट्रायंगल है, फिर की है स्क्वायर, फिर ਅੱਗੋਂ ਤੁਹਾਨੂੰ ਫਿਗਰ ਦਾ ਨਾਮ ਨਹੀਂ ਪਤਾ, मैं ਤੁਹਾਨੂੰ ਨੈਕਸਟ ਵਿੱਚ ਦੱਸੂਗੀ। ਇਹਨੂੰ ਕਹਿੰਦੇ ਹੈ पेंटागन। क्यों कहते आ भी दस दिनी है। 3 साइड्स ना, एक साइड आ है, एक साइड ए वाली है, एक साइड ए वाली है। ठीक है। सो यू हैव 3 साइड्स। सो 3 साइड्स मीन्स ट्रायंगल। नोट कर लो। 4 साइड्स विच सारियां साइड सेम भी है, एक ही है तेरे को स्क्वायर। 5 साइड पेंटागन। 6 साइड्स हेक्सागन, HEXAGON। ठीक है। इदा ही बाकी साइड्स आएंगे, जेड़े जेड़े तेरे लिए इंपॉर्टेंट है मैं वो लिखवा देनी है। राइट नाउ साइड्स एंड वर्टिसेस। साइड्स एंड वर्टिसेस। हाँ जी। फर्स्ट ट्रायंगल देखो बेटा, ये वर्टेक्स तुहानू मैं शो करन लगी हां। एक वर्टेक्स, वर्टेक्स मीन चुंजा, कॉर्नर्स। एक वर्टेक्स आ है, सेकंड आ, थर्ड। ठीक है। सो कितने वर्टेक्स हो गए? 1 2 एंड 3। साइड्स के लिए लंबाई 1 2 3 साइड्स एंड 3 वर्टेक्स। सो ट्रायंगल दे कितने हैं? 3 साइड्स है ते 3 वर्टेक्स है। नेक्स्ट ये देखो स्क्वायर दे। हाँ जी। इधर वर्टेक्स फर्स्ट, सेकंड, थर्ड, 4th। 4 वर्टेक्स। हुन साइड्स देखिए 1 2 3 एंड 4। सो 4 साइड्स, 4 लिखा है, 4 साइड्स एंड 4 वर्टेक्स। इन्हों स्क्वायर किया है क्योंकि सेम साइड्स लेंथ है। अगला 5th, 5 बंदे 1 2 3 4 5 वर्टेक्स 10 रही है बेटा। तो लाइंस भी देख लो 1 2 3 4 5। सो 5 लाइंस एंड 5 वर्टिसेस। वर्टिसेस मतलब चुन्ना जिहड़ियां होंदियां। ठीक है। सो एदा नाम है पेंटागन। एदा नाम एदे च भी देख लो अगली फिगर 6 साइड्स है, 6 वर्टेक्सेस है। ठीक है। इस तरीके भी तुसी काउंट कर सकते हो।
सो ਇਹਦਾ ਨਾਮ ਹੈ ਹੈਗਜ਼ਾਗਨ। ਸਿਮਿਲਰਲੀ ਫॉर 7th, ਨੈਕਸਟ 8th ਵਾਲੀ ਨੂੰ ਬੇਟਾ ਅਸੀਂ ਕਹਿੰਦੇ ਹਾਂ octagon, octagon, then it's 9th, then it is 10th is decagon, decagon। ਸੋ ਇਹਦਾ ਨਾਮ ਦੱਸ ਦੇਣਾ ਤੁਹਾਨੂੰ, ਜਿਹੜੇ ਇੰਪੋਰਟੈਂਟ ਸੀ ਉਹਨਾਂ ਦੇ ਦੱਸ ਦੇ। ਕਲੀਅਰ। ਨੈਕਸਟ ਕੀ ਅਸੀਂ ਸਟੱਡੀ ਕਰਨਾ, ਐਂਗਲ ਕੀ ਹੁੰਦਾ ਹੈ। इस पॉइंट तो एक रे निकली, वाई रे, देखो एक एंड पॉइंट है, एक एरो है, सो इट इज रे। सिमिलरली दिस इज अनदर रे। ये जिहड़ा बनिया है इनू असी की कहने हाँ एंगल, इनू की कहने एंगल। ठीक है। नाउ ट्रायंगल्स एंड क्वाड्रिलेटरल। बेटा ट्रायंगल तो तुहानू पता है 3 साइड्स ने, असी 3 वर्टेक्स भी किते। हुण एंगल देखो, इस कॉर्नर इहदा अगर नाम ए देनी है, इहदा बी, इहदा सी, सो हाउ मेनी एंगल्स आर ए एंगल, बी एंगल सी। सो व्हाट इज ट्रायंगल? ट्रायंगल इज अ 3-sided polygon एंड क्वाड्रिलेटरल इज, क्वाड्रिलेटरल कितनियां शेप्स आ जांदियां, देखो कितनियां शेप्स बनाई मैं। इन्हां सब शेप्स के अलग अलग नेम है, जिवें इहदा नाम की है स्क्वायर, ग्रीन वाली की है रेक्टेंगल, दिस ब्लू वन इज पैरेललोग्राम। ठीक है, समांतर चतुर्भुज, फिर ट्रपीजियम आंदा है, पंजाबी विच भी इन्हां दे नेम्स ने। ठीक है जी। सो इन्हां दे कितनियां साइड्स है 4, एंगल्स भी कितने हैं 4, ते कॉर्नर्स वर्टिसेस भी कितने हैं 4। ठीक है। नेक्स्ट मोस्ट इंपॉर्टेंट क्वेश्चन जिहड़ा पेपर च आंदा है, सर्कल। सर्कल थानू पता है, हुण सर्कल च असीं की सीखते हैं। नंबर 1 इज सेंटर। सब तो पहले की है सर्कल दा सेंटर, दिस रेड डॉट, डॉट का कलर के अकॉर्डिंग लिखा होया है सेंटर आ है। तुहानू क्वेश्चन आंदा हुंदा पेपर च, ड्रॉ अ सर्कल एंड मैंशन इट्स, दस देणगे किन्नियां किन्नियां चीज़ां। की पहले पूछा उन्होंने सेंटर, सेंटर दसदा। रेडियस, रेडियस मीनस दिस इथों सेंटर तो सर्कल की बाउंड्री तक जी लाइन जाती, ब्लू कलर बनाया तो ब्लू कलर नाल लिखिया रेडियस। कॉर्ड, दिस इज द कॉर्ड। ठीक है, ये तुहाडी कॉर्ड है, दिस लाइन। नैक्सट डायामीटर, डायामीटर की हुंदा बच्चे, लाइन जिहड़ी सेंटर तो पास करते हैं। डायामीटर नूं असीं लॉन्गेस्ट कॉर्ड कहने, मेंशन इट, लिख लो, डायामीटर इज longest chord, do mention it here, diameter, just wait, हाँ जी, diameter is the longest chord। कॉर्ड पता लग गई ना, कितने भी 2 पॉइंट्स ਨੂੰ ਜੁਆਇਨ ਕਰ ਦਿੰਨੇ ਆ ਤੇ ਉਹਨੂੰ ਫਿਰ ਲਾਈਨ ਜੋੜ ਕੇ ਉਹ ਤੁਹਾਡਾ ਕੀ ਆ ਜਾਂਦਾ ਕॉर्ड। सो डायामीटर की हुंदी है लॉन्गेस्ट कॉर्ड, ते डायामीटर हमेशा सेंटर तो पास करता है, ते डायामीटर हमेशा किदे इक्वल हुंदा है, रेडियस दे डबल। सो व्हाट वी हैव लर्नड 3 थिंग्स, एक तो लॉन्गेस्ट कॉर्ड है, दूसरा सेंटर चो पास कर दी, तीसरा रेडियस दा डबल हुंदा है। नाउ व्हाट इज आर्क, सी दिस थिंग, ਇਹ ਡਾਕ ਕਿਨ ਕੀਤਾ ਹੋਇਆ, ਸੋ ਦਿਸ ਇਜ਼ योर आर्क। फिर वो कई बार कहते हैं इंटीरियर पॉइंट या एक्सटीरियर पॉइंट भी एक दसो। सो इंटीरियर पॉइंट या एक्सटीरियर पॉइंट, ये जो पॉइंट है जो मैं येलो कलर का पाया है एक्सटीरियर, एक्सटीरियर पॉइंट मतलब बाहर, एक्सटीरियर मतलब बाहर, एक्सटीरियर पॉइंट ऑफ सर्कल है। ठीक है, ये वाला पॉइंट, तो जो आ वाला पॉइंट है दिस पॉइंट, दिस इज इंटीरियर पॉइंट ऑफ द सर्कल। दिस पॉइंट जो है इन अंदर जेड़ा मैं बनाया है, दिस इज एन इंटीरियर पॉइंट। क्लियर, आई एम नॉट राइटिंग, आई एम मेंशनिंग इट, इहदे अंदर लिख लियो एक्सटीरियर पॉइंट, स्पेलिंग एक्सटीरियर। सो सिमिलरली ये जेड़ा अंदर वाला पॉइंट है, मार्क जिन्हों मेरे मार्कर देखो जो इत्थे जा रहा है, ये है साडा इंटीरियर, INTERIOR, अंदर, सर्कल दे अंदर है, ये सर्कल दे बाहर है। ठीक है, सो इट इज़ वेरी वेरी इंपॉर्टेंट क्वेश्चन। नैक्सट आ जाता है, इस ही पूछते हैं, असी उस डायग्राम भी बना सकते हैं। सैक्टर, बच्चे 2 आ रेडियस ही है ना, ये जो छोटा जिहा ट्रायंगल बनता इनू असी सैक्टर कहने आ, ते ये वाली जी असी कॉर्ड तो बाद जो निचला शेड होंदा है, दिस इज अ सेगमेंट। क्लियर, सैक्टर एंड सेगमेंट इज क्लियर। नेक्स्ट
we are finished. Sorry, now this is the last. So इससे question जो की पूछ सकते हैं, number 1 center, number 2 radius, number 3 chord, then diameter, arc, interior point, exterior point. ऐसी चीजें मैं दसना होवे sector ते segment ਤੇ ਕਿੱਦਾਂ ਦੱਸੂਗੀ। ਇਹ ਬੱਚਾ ਜਿਹੜਾ ਹੈ portion, this one, this is your sector. Now this portion, this one, जिथे मेरा कर्सर घूम रहा है, this is your segment. Clear? ठीक है बेटा? So that's all what we have learnt in this chapter. There is nothing to do more. इनू कर लोगे ਤੁਹਾਡੇ ਕੋਲ ਸਾਰੇ ਹੋ ਜਾਣਗੇ। Exercise 4.6 ਦਾ ਵੀ ਇੱਕ question ਹੈ, question number 3, draw any circle। ਇਹ ਬਹੁਤ ਵਾਰੀ ਆਂਦਾ ਹੈ। So basically ਉਹਦੇ ਚ ਆ ਦੋ ਚੀਜ਼ਾਂ ਹੀ ਬਣਾਉਣੀਆਂ, ਠੀਕ ਹੈ, ਬਟ ਬਣਾਉਣੀਆਂ ਤੁਸੀਂ ਇੱਕੋ ਹੀ ਸਰਕਲ ਦੇ ਵਿੱਚ। ਸੋ ਆਈ ਹੋਪ ਤੁਹਾਨੂੰ ਸਾਰੀ ਚੀਜ਼ਾਂ ਸਮਝ ਆ ਗਈਆਂ ਹੋਣਗੀਆਂ। ਜੇ ਕੋਈ ਚੀਜ਼ ਨਹੀਂ ਵੀ ਸਮਝ ਆਈ ਬੇਟਾ, ਦੁਬਾਰਾ ਕਮੈਂਟ ਸੈਕਸ਼ਨ ਤੁਸੀਂ ਦੱਸ ਸਕਦੇ ਹੋ। ਤੇ ਜੇ ਤੁਹਾਨੂੰ ਸਮਝ ਆ ਗਈ ਹੈ, ਡੂ ਲਾਈਕ ਇਟ ਐਂਡ ਅਗੇਨ ਸ਼ੇਅਰ ਇਟ ਵਿਦ ਯੋਰ ਫਰੈਂਡਸ। ਥੈਂਕ ਯੂ।